हेलो दोस्तों, पिछले ਲੈਕਚਰ 'ਚ ਆਪਾਂ ਜੋ ਗੱਲ ਕੀਤੀ ਸੀ ਮੱਧਮਾਨ ਸਾਰਨੀ ਬਣਾਉਣਾ ਅਤੇ ਵਿਚਲਨ ਸੀਮਾ ਦੀ ਗੱਲ ਕੀਤੀ ਸੀ। ਇਸ ਲੈਕਚਰ ਦੇ ਵਿੱਚ ਆਪਾਂ ਕੇਂਦਰ ਪ੍ਰਵਿਰਤੀ ਦੇ ਅਗਲੇ ਮਾਪ ਦੀ, ਕਿਉਂਕਿ ਕੱਲਾ ਜੋ ਮੱਧਮਾਨ ਹੈ ਉਹ ਕੇਂਦਰ ਪ੍ਰਵਿਰਤੀ ਦਾ ਮਾਪ ਨਹੀਂ ਹੈਗਾ, ਉਹਦੇ ਹੋਰ ਵੀ ਮਾਪ ਨੇ। ਉਹਨਾਂ ਦੇ ਵਿੱਚੋਂ ਅਗਲਾ ਮਾਪ ਬਹੁਲਕ, ਉਹਦੀ ਆਪਾਂ ਇੱਥੇ ਗੱਲ ਕਰਾਂਗੇ, ਜਿਹਨੂੰ ਆਪਾਂ ਕੀ ਕਹਿੰਦੇ ਆ, ਮੋਡ ਵੀ ਕਹਿੰਦੇ ਆ, ਜਾਂ ਕਈ ਵਾਰੀ ਇਸ ਨੂੰ ਨੋਰਮ ਵੀ ਕਿਹਾ ਜਾਂਦਾ ਹੈ। ਕਿਉਂਕਿ ਕਈ ਜਗ੍ਹਾ ਦੇ ਵਿੱਚ ਮੱਧਮਾਨ ਕੰਮ ਆਉਂਦਾ ਜਦੋਂ ਆਪਾਂ ਔਸਤ ਉਮਰ ਦੀ, ਜਿਵੇਂ ਆਪਾਂ ਉਦਾਹਰਨ ਲੈ ਕੇ ਚੱਲੇ ਸੀ, ਗੱਲ ਕੀਤੀ ਸੀ ਔਸਤ ਆਮਦਨ ਦੀ ਗੱਲ ਕਰਦੇ ਹਾਂ, ਤੇ ਕਈ ਥਾਵਾਂ ਤੇ ਬਹੁਲਕ ਕੰਮ ਆਉਂਦਾ। ਕਿਵੇਂ? ਮੈਂ ਇੱਕ ਉਦਾਹਰਨ ਤੋਂ ਸਮਝਾਣਾ। ਕਿਸੇ ਦੁਕਾਨਦਾਰ ਕੋਲ ਕਮੀਜ਼ਾਂ ਦਾ ਸਟਾਕ, ਮੈਂ ਇੱਕ ਸਟਾਕ ਦੀ ਗੱਲ ਕਰ ਰਿਹਾ ਇੱਥੇ, 85 ਸੈਂਟੀਮੀਟਰ ਸਾਈਜ਼, 90 ਸੈਂਟੀਮੀਟਰ ਸਾਈਜ਼, 95 ਸੈਂਟੀਮੀਟਰ ਸਾਈਜ਼, 100 ਸੈਂਟੀਮੀਟਰ ਸਾਈਜ਼, 105 ਸੈਂਟੀਮੀਟਰ ਸਾਈਜ਼। ਇਹਦੇ ਨਾਲ ਦੀਆਂ ਮੰਨ ਲਓ 8 ਸ਼ਰਟਾਂ, 8 ਕਮੀਜ਼ਾਂ ਪਈਆਂ ਉਹਦੇ ਕੋਲੇ, ਇਸ ਨਾਲ ਦੀਆਂ 15 ਪਈਆਂ ਨੇ, ਇਸ ਨਾਲ ਦੀਆਂ 22 ਪਈਆਂ ਨੇ, ਇਸ ਨਾਲ ਦੀਆਂ 20 ਪਈਆਂ ਨੇ, ਇਸ ਨਾਲ ਦੀਆਂ 10 ਪਈਆਂ ਨੇ। ਤਾਂ ਇੱਥੇ ਮੈਂ ਕੁਝ ਉਦਾਹਰਨ ਲੈ ਕੇ ਚੱਲਿਆ ਕਿ 85 ਸੈਂਟੀਮੀਟਰ ਸਾਈਜ਼ ਦੀਆਂ ਉਹਦੇ ਕੋਲ 8 ਸ਼ਰਟਾਂ ਸੀ, 90 ਦੀਆਂ 15 ਸੀ, 95 ਦੀਆਂ 22 ਸੀ, 100 ਦੀਆਂ 20 ਸੀ, 105 ਦੀਆਂ 10 ਸੀ। ਹੁਣ ਦੁਕਾਨਦਾਰ ਕੋਲ ਇੱਥੋਂ ਜੋ ਆਪਾਂ ਕਲੀਅਰ ਕਰੀਏ, ਜਿਹੜੀ ਸੇਲ ਹੁੰਦੀ ਹੈ ਸਭ ਤੋਂ ਵੱਧ ਕਿਹਦੀ ਹੋਊਗੀ? ਫਿਰ ਇਸੇ ਦੀ ਹੋਊਗੀ। ਕਿਉਂਕਿ ਨਾਰਮਲ ਆਪਾਂ ਜਦੋਂ ਕੋਈ ਵੀ ਦੁਕਾਨਦਾਰ ਕੋਲ ਜਾਂਦੇ ਆ, ਜਾਂ ਕੋਈ ਵੀ ਦੁਕਾਨਦਾਰ ਸੌਦਾ ਲੈ ਕੇ ਆਉਂਦਾ ਦੋਸਤੋ, ਉਹ ਕਿਹੜਾ ਲੈ ਕੇ ਆਉਂਦਾ ਹੈ? ਜਿਹੜਾ ਵੱਧ ਵਿਕਦਾ ਹੋਵੇ ਉਹ ਵੱਧ ਲੈ ਕੇ ਆਉਂਦਾ ਹੈ, ਜਿਹੜਾ ਘੱਟ ਵਿਕਦਾ ਹੋਵੇ ਉਹ ਘੱਟ ਲੈ ਕੇ ਆਉਂਦਾ ਹੈ। ਸਹੀ ਹੈ ਨਾ ਮੇਰੀ ਗੱਲ? ਕਿਉਂਕਿ ਉਹਨੂੰ ਪਤਾ ਹੈ ਦੁਕਾਨਦਾਰ ਨੂੰ ਕਿ 95 ਤੇ 100 ਦੇ ਸਾਈਜ਼ ਦੀਆਂ ਜਿਹੜੀਆਂ ਮੇਰੇ ਕੋਲ ਸ਼ਰਟਾਂ ਨੇ, ਦੇਖੋ ਇਹ ਆਲਮੋਸਟ ਜ਼ਿਆਦਾ ਵਿਕਦੀਆਂ ਨੇ, ਪਰ 85 ਤੇ 105 ਸੈਂਟੀਮੀਟਰ ਦੇ ਸਾਈਜ਼ ਦੀਆਂ ਸ਼ਰਟਾਂ ਘੱਟ ਵਿਕਦੀਆਂ ਨੇ। ਤਾਂ ਉਸਨੇ ਕੀ ਕੀਤਾ? ਇਹਦੀਆਂ ਸਟਾਕ ਘੱਟ ਲਿਆ ਆ, ਇਹਦਾ ਸਟਾਕ ਕੀ ਲਿਆ ਆ? ਵੱਧ, ਜਿਸ 'ਚ ਉਹਨੂੰ ਵੱਧ ਸੇਲ ਹੁੰਦੀ ਹੈ। ਅਗਲੀ ਉਦਾਹਰਨ ਮੈਂ ਲੈ ਕੇ ਚੱਲਦਾ ਪੈਨਾਂ ਦੀ। ਆਪਾਂ ਸਾਰੇ ਪੈਨ, ਬਾਲ ਪੈਨ ਜਾਂ ਪੈਨਸਲ ਦੇ ਨਾਲ ਕੰਮ ਕਰਦੇ ਹਾਂ। ਹੁਣ ਬਾਜ਼ਾਰ ਦੇ ਵਿੱਚ ਪੈਨ 2 ਰੁਪਏ ਦਾ ਵੀ ਆਉਂਦਾ, 3 ਰੁਪਏ ਦਾ ਵੀ ਆਉਂਦਾ, 5 ਦਾ ਵੀ ਆਉਂਦਾ, 10, 20, 50, 100, 200 ਅਲੱਗ-ਅਲੱਗ ਤਰ੍ਹਾਂ ਦੇ ਪੈਨ ਆਉਂਦੇ ਨੇ। ਪਰ ਜ਼ਿਆਦਾਤਰ ਪੈਨ ਤੁਹਾਡੇ ਕੋਲ ਕਿਹੜੇ ਹੈ? 2 ਰੁਪਏ ਵਾਲੇ ਜਾਂ 5 ਰੁਪਏ ਵਾਲੇ, ਹੈ ਨਾ। ਆਪਾਂ ਜ਼ਿਆਦਾਤਰ ਜਿਹੜੇ ਪੈਨ ਵਰਤਦੇ ਹਾਂ 2 ਜਾਂ 5 ਰੁਪਏ ਵਾਲੇ ਵਰਤਦੇ ਹਾਂ। ਤਾਂ ਫਿਰ ਦੁਕਾਨਦਾਰ ਕੀ ਕਰੂਗਾ? ਕਿਹੜਾ ਪੈਨ ਵੱਧ ਲੈ ਕੇ ਆਊਗਾ? ਜਾਂ 2 ਰੁਪਏ ਵਾਲਾ ਜਾਂ 5 ਰੁਪਏ ਵਾਲਾ। ਉਦੋਂ ਘੱਟ ਲਿਆਊਗਾ ਉਹ 10 ਰੁਪਏ ਵਾਲਾ, ਕਿਉਂਕਿ ਉਸ ਤੋਂ ਘੱਟ ਵਿਕਣਗੇ। 20 ਰੁਪਏ ਵਾਲੇ ਉਦੋਂ ਘੱਟ ਵਿਕਣਗੇ, ਤੇ 50 ਰੁਪਏ ਵਾਲੇ ਤਾਂ ਸਭ ਤੋਂ ਘੱਟ ਵਿਕਣਗੇ। ਸਹੀ ਹੈ। ਤਾਂ ਜਿਸ ਦੀ ਸਭ ਤੋਂ ਵੱਧ ਸੇਲ ਹੁੰਦੀ ਹੈ, ਸਭ ਤੋਂ ਵੱਧ ਡਿਮਾਂਡ ਹੁੰਦੀ ਹੈ, ਸਭ ਤੋਂ ਵੱਧ ਵਰਤੀ ਜਾਂਦੀ ਹੈ ਚੀਜ਼, ਉਹਨੂੰ ਅਸੀਂ ਕੀ ਬੋਲਦੇ ਹਾਂ? ਬਹੁਲਕ। ਬਹੁਲਕ ਨਾਮ ਹੀ ਦੱਸ ਰਿਹਾ ਹੈ, ਬਹੁਤ ਵਾਰੀ, ਬਹੁ ਵਾਰੀ, ਇਹ ਨਾਮ ਹੀ ਦੱਸ ਰਿਹਾ ਹੈ। ਤਾਂ ਜਿਹੜੀ ਅੰਕੜਾ, ਜਿਹੜੀ ਚੀਜ਼, ਜਿਹੜੀ ਵਸਤੂ ਵੱਧ ਵਰਤੀ ਜਾਂਦੀ ਹੈ ਉਹ ਕੀ ਹੁੰਦੀ ਹੈ? ਬਹੁਲਕ ਹੁੰਦੀ ਹੈ। ਤਾਂ ਫਿਰ ਬਹੁਲਕ ਦੀ ਪਰਿਭਾਸ਼ਾ ਕੀ ਹੋਗੀ? ਉਹ ਅੰਕੜਾ ਜੋ ਸਭ ਤੋਂ ਵੱਧ ਵਾਰੀ ਆਉਂਦਾ ਹੈ, ਉਹ ਕੀ ਹੋ ਗਿਆ? ਬਹੁਲਕ ਹੋ ਗਿਆ। ਕੁਝ ਹੋਰ ਉਦਾਹਰਨਾਂ ਤੇ ਆਪਾਂ ਗੱਲ ਕਰਦੇ ਹਾਂ। ਇਸ ਦੇ ਲਈ ਕੋਈ ਫਾਰਮੂਲੇ ਦੀ ਲੋੜ ਨਹੀਂ ਹੈਗੀ, ਕਿਉਂਕਿ ਮੱਧਮਾਨ ਦੇ ਵੇਲੇ ਆਪਾਂ ਦੇਖੋ ਫਾਰਮੂਲਾ ਲਾਇਆ ਸੀ, ਕੁਝ ਸੰਖਿਆਵਾਂ ਦਾ ਜੋੜ ਵਟੇ ਗਿਣਤੀ। ਇਸ ਦੇ ਲਈ ਸਿਰਫ ਆਪਾਂ ਚੈੱਕ ਕਰਨਾ ਹੈ ਕਿਹੜਾ ਅੰਕੜਾ ਵੱਧ ਵਾਰੀ ਆਊਗਾ, ਕਿਹੜਾ ਅੰਕੜਾ ਘੱਟ ਵਾਰੀ ਆਊਗਾ। ਹੁਣ ਕੁਐਸਚਨ ਹੈ, ਹੇਠਾਂ ਲਿਖੇ ਅੰਕੜਿਆਂ ਦਾ ਬਹੁਲਕ ਪਤਾ ਕਰੋ। 6, 5, 4, 3, 2, 6, 1, 5, 6, 2, 3, 6, 5, 4, 6। ਮੈਂ ਕੁਝ ਸੰਖਿਆਵਾਂ ਲਿਖੀਆਂ, ਅੰਕੜੇ ਲਿਖੇ ਆ, ਤਾਂ ਚੈੱਕ ਕਰਕੇ ਦੱਸੋ ਕਿਹੜਾ ਅੰਕੜਾ ਸਭ ਤੋਂ ਵੱਧ ਵਾਰ ਆ ਰਿਹਾ ਹੈ। ਤੇ ਆਰਾਮ ਨਾਲ ਪਤਾ ਲੱਗ ਰਿਹਾ ਹੈ ਜਿਹੜਾ 6 ਹੈ ਉਹ ਸਭ ਤੋਂ ਵੱਧ ਵਾਰ ਆ ਰਿਹਾ ਹੈ ਨਾ। ਆਰਾਮ ਨਾਲ ਪਤਾ ਲੱਗ ਰਿਹਾ ਨਾ। ਤਾਂ ਇੱਥੇ ਕੋਈ ਫਾਰਮੂਲੇ ਦੀ ਲੋੜ ਨਹੀਂ। ਸਭ ਤੋਂ ਵੱਧ ਵਾਰੀ ਜਾਂ ਵੱਧੋ ਵੱਧ ਕਿੰਨੇ ਵਾਰ ਜਿਹੜਾ ਅੰਕੜਾ ਆ ਰਿਹਾ ਉਹ ਕਿਹੜਾ ਆ ਰਿਹਾ? 6। ਤਾਂ ਫਿਰ ਇਹਦਾ ਮਤਲਬ ਬਹੁਲਕ ਕਿੰਨਾ ਹੋ ਗਿਆ? 6 ਹੋ ਗਿਆ। ਹੋਰ ਉਦਾਹਰਨ ਦੇਖਦੇ ਹਾਂ ਆਪਾਂ। बहुलक पता करो, बहुलक पता करो।
12 15 9 12 13 8 10 12 15 11 12 ਤਾਂ ਕਿਹੜਾ ਅੰਕੜਾ ਵੱਧ ਵਾਰੀ ਆ ਰਿਹਾ, ਸਭ ਤੋਂ ਵੱਧ ਵਾਰ ਕਿਹੜਾ ਅੰਕੜਾ ਆ ਰਿਹਾ ਦੇਖੋ 12 12 12 12 ਤਾਂ ਇਹਦਾ ਮਤਲਬ ਬੋਲਕ ਹੋ ਗਿਆ 12। ਇਹ ਹੋ ਗਿਆ ਜਿੱਥੇ ਆਪਾਂ ਨੂੰ ਥੋੜੀਆਂ ਸੰਖਿਆਵਾਂ ਦਿੱਤੀਆਂ ਹੋਈਆਂ ਸੀ, 10 ਜਾਂ 12 ਸੰਖਿਆਵਾਂ ਦਿੱਤੀਆਂ ਹੋਈਆਂ ਸੀ, ਪਰ ਜਦੋਂ ਸੰਖਿਆਵਾਂ ਵੱਧ ਦੇ ਦੇਣ, ਸਭ ਤੋਂ ਵੱਧ ਦੇ ਦੇਣ, ਉਸ ਤੋਂ ਬਾਅਦ ਮੈਂ ਉਦਾਹਰਨ ਲੈ ਕੇ ਚੱਲਦਾ। ਇੱਕ ਪਾਸੇ ਨੂੰ ਪਾਸਾ ਲੁੱਡੋ ਵਾਲਾ ਜਿਹੜਾ ਡੇਟਾ ਹੁੰਦਾ 1 2 3 4 5 6 7 ਵੱਖ-ਵੱਖ ਵਾਰ ਸੁੱਟਿਆ ਗਿਆ ਹੈ। ਜਿਸ ਦੇ परिणाम ਹੇਠਾਂ ਲਿਖੇ ਅਨੁਸਾਰ ਹਨ। परिणाम लिखते हैं 2 5 6 4 3 1 3 6 5 4 6 1 2 6 4 3 6 5 2 1 6 7 4 6 3 2 ਆਪਾਂ ਕੁਝ ਕੁ परिणाम ਲਿਖੇ ਹੈ ਨਾ। ਤਾਂ ਦੇਖੋ ਇੱਥੇ ਕਿਤੇ ਨਾ ਕਿਤੇ ਆਪਾਂ ਨੂੰ ਸਾਰਿਆਂ ਨੂੰ ਗਿਣਨਾ ਤੇ ਚੈੱਕ ਕਰਨਾ ਬੜਾ ਔਖਾ ਹੈ, ਤਾਂ ਫਿਰ ਇੱਥੇ ਆਪਾਂ ਕੀ ਕਰਾਂਗੇ, ਆਪਾਂ ਸਾਰਣੀ ਬਣਾਵਾਂਗੇ ਜਿਹੜੀ ਆਪਾਂ ਪਿਛਲੇ ਲੈਕਚਰ 'ਚ ਗੱਲ ਕੀਤੀ ਸੀ। ਸੰਖਿਆ, ਮਿਲਾਨ ਚਿੰਨ, ਬਾਰੰਬਾਰਤਾ। ਸੰਖਿਆ ਕਿਹੜੀ ਕਿਹੜੀ ਆਪਣੇ ਕੋਲੇ 1 2 3 4 5 6। ਹੁਣ ਆਪਾਂ 1 ਨੂੰ ਲੱਭਦੇ ਹਾਂ। 1 2 3 ਤਾਂ 1 ਕਿੰਨੇ ਵਾਰ ਆ ਗਿਆ, 3 ਵਾਰ। 1 2 3 ਹੈ ਨਾ। ਹੁਣ 2 1 2 3 4 1 2 3 4। ਹੁਣ ਬਾਰੀ ਆ ਗਈ 3 ਦੀ। 1 2 3 4 1 2 3 4। ਹੁਣ 4 1 2 3 4 1 2 3 4। ਇਦੋਂ ਬਾਅਦ 5 ਬਾਰੇ ਗੱਲ ਕਰਾਂਗੇ। 1 2 3 1 2 3। ਹੁਣ 6 ਬਾਰੇ 1 2 3 4 5 6 7 1 2 3 4 5 6 7। ਤਾਂ ਕਿਹੜਾ ਅੰਕੜਾ ਸਭ ਤੋਂ ਵੱਧ ਵਾਰ ਆ ਰਿਹਾ, ਦੇਖੋ 6। ਕਿੰਨੇ ਵਾਰ ਆ ਰਿਹਾ, 7 ਵਾਰ। ਤਾਂ ਇੱਥੇ ਦੇਖੋ ਕੀ ਹੋ ਗਿਆ, ਸੰਖਿਆ 6 ਕਿਹੜੀ ਵੱਧ ਵਾਰ ਆ ਰਹੀ ਹੈ। ਸਭ ਤੋਂ ਇੰਪੋਰਟੈਂਟ ਚੀਜ਼ ਇੱਥੇ ਇਹ ਹੈ, ਸਭ ਤੋਂ ਵੱਧ ਵਾਰ ਆਈ ਹੈ ਨਾ। ਤਾਂ ਬੋਲਕ ਕਿੰਨਾ ਹੋ ਗਿਆ, 7 6। ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਵੀ 7 ਆ ਗਿਆ ਤਾਂ ਬੋਲਕ 7, ਉਹ ਤਾਂ ਗਿਣਤੀ ਹੈ, ਉਹਨੇ ਵਾਰ ਆਇਆ ਹੈ। ਵੱਧ ਕਿਹੜੀ ਆਈ ਹੈ, ਜਿਵੇਂ ਮੈਂ ਕਮੀਜ਼ਾਂ ਦੀ ਉਦਾਹਰਨ ਲਈ ਸੀ, ਕਿਹੜੀ ਕਮੀਜ਼ ਸਭ ਤੋਂ ਵੱਧ ਸੀ, 95 ਵਾਲੀ। ਕਿੰਨੀ ਸੀ, ਉਹ ਤਾਂ ਆਪਾਂ ਵੱਧ ਤਾਂ ਹੀ ਪਤਾ ਲੱਗਿਆ ਨਾ ਵੱਧ ਸੀ। ਤਾਂ ਇਹ ਚੀਜ਼ਾਂ ਉੱਥੇ ਧਿਆਨ ਰੱਖਣਾ ਹੈ ਵੀ ਕਿਹੜੀ ਚੀਜ਼, ਕਿਹੜਾ ਸੰਖਿਆ, ਕਿਹੜੀ ਵਸਤੂ, ਕਿਹੜਾ ਸਾਈਜ਼ ਵੱਧ ਵਾਰ ਆ ਰਿਹਾ ਹੈ, ਉਹ ਆਪਣਾ ਕੀ ਹੁੰਦਾ ਹੈ, ਬੋਲਕ। ਕਿਉਂਕਿ ਉਹ ਤਾਂ ਗਿਣਤੀ ਹੈ, ਗਿਣਤੀ ਦਾ ਆਪਣਾ ਸਿਰਫ ਉਹ ਦੱਸਣ ਲਈ ਹੈ ਕਿ ਕਿੰਨੇ ਵਾਰ ਆ ਰਿਹਾ ਹੈ। ਅਸਲ ਦੇ ਵਿੱਚ ਆਪਣਾ ਜੋ ਸੰਬੰਧ ਹੈ ਉਹ ਮੇਨ ਆંકੜੇ ਦੇ ਨਾਲ ਹੈ। ਤਾਂ ਇਹ ਸੀ ਦੋਸਤੋ ਬੋਲਕ। ਹੁਣ ਮੈਂ ਇੱਕ ਉਦਾਹਰਨ, ਕੁਝ ਕੁ ਉਦਾਹਰਨ ਜਿਹੜੀ ਲੈ ਰਿਹਾ, ਪਿਛਲੇ ਲੈਕਚਰ 'ਚ ਆਪਾਂ ਮੱਧਮਾਨ ਦੀ ਗੱਲ ਕੀਤੀ ਸੀ, ਮੈਂ ਦੋਹਾਂ ਨੂੰ ਇਕੱਠਾ ਕਰ ਰਿਹਾ। ਮੱਧਮਾਨ ਅਤੇ ਬੋਲਕ ਪਤਾ ਕਰੋ। ਉਦਾਹਰਨ 12 15 18 13 12 11 14 15 12 13 18 4 6 8 10 11 ਆਪਾਂ ਕੁਝ ਕੁ ਸੰਖਿਆਵਾਂ ਲਿਖੀਆਂ ਜਿਸ ਤੇ ਦੋਨੇ ਕੱਟਣੇ ਆ। ਸਭ ਤੋਂ ਪਹਿਲਾਂ ਮੱਧਮਾਨ। ਮੱਧਮਾਨ ਦਾ ਆਪਾਂ ਕੀ ਫਾਰਮੂਲਾ ਕੀਤਾ ਸੀ, ਅੰਕੜਿਆਂ ਦਾ ਜੋੜ ਵਟੇ ਗਿਣਤੀ। ਅੰਕੜਿਆਂ ਨੂੰ ਜੋੜੋ, 12 + 15 + 18 + 13
प्लस 12 प्लस 11 प्लस 14 प्लस 15 प्लस 12 प्लस 13 प्लस 18 प्लस 12 टोटल किन्ने हो गए 1 2 3 4 5 6 7 8 9 10 11 12 तो कितनी गिनती होगी 12। हुण जोड़ करिए पहला पिछला अंक 2 ते 5 7 7 ते 8 15 15 ते 3 18 18 ते 2 20 20 ते 1 21 21 ते 4 25 25 ते 5 30 30 ते 2 32 ते 3 35 ते 8 43 ते 2 45 5 हसल 4 5 6 7 8 9 10 11 12 13 14 15 16 165 ਵਟੇ 12 ਵੰਡੋ 12 एकम 12 6 ਚੋਂ 2 ਘਟਾਏ 4 5 12 ਤੀਆ 36 9 ਬਚ ਗਏ ਤਾਂ ਇਹ ਹੋ ਗਿਆ 13 ਸਹੀ 9 ਵਟੇ 12 ਜਾਂ ਤੁਸੀਂ ਇਹਨੂੰ ਅੱਗੇ ਹੱਲ ਵੀ ਕਰ ਸਕਦੇ ਹੋ 30 ਦੇ 4 ਤਾਂ ਦੋਸਤੋ ਆਪਣਾ ਇਹ ਆਨਸਰ ਆ ਗਿਆ। ਆਪਾਂ ਪਹਿਲੇ ਵਿੱਚ ਗੱਲ ਕੀਤੀ ਸੀ ਕਿ ਜੋ ਮੱਧਮਾਨ ਹੈ ਉਹ ਵਟਿਆਂ 'ਚ ਵੀ ਆ ਸਕਦਾ ਹੈ ਤਾਂ ਇਸ ਕਰਕੇ ਤੁਸੀਂ ਵਟਿਆਂ 'ਚ ਵੀ ਲਿਖ ਸਕਦੇ ਹੋ ਤੁਸੀਂ ਮਿਸ਼ਰਤ ਸੰਖਿਆ 'ਚ ਵੀ ਲਿਖ ਸਕਦੇ ਹੋ ਤੁਸੀਂ ਇਹਨੂੰ ਦਸ਼ਮਲਵ 'ਚ ਵੀ ਲਿਖ ਸਕਦੇ ਹੋ ਅਗਰ ਤੁਸੀਂ ਇਹਨੂੰ ਅੱਗੇ ਵੰਡਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਹੈ। ਹੁਣ ਅਗਲਾ ਆ ਗਿਆ ਅੰਕੜਾ ਆਪਣਾ ਮਾਪ ਆ ਗਿਆ ਬੌਲਕ ਤਾਂ ਬੌਲਕ ਕੀ ਸੀ ਜਿਹੜੀ ਰਕਮ ਬਹੁਤ ਵਾਰ ਆਉਂਦੀ ਹੈ ਚੈੱਕ ਕਰਦੇ ਹਾਂ ਆਪਾਂ ਕਿਹੜੀ ਰਕਮ ਬਹੁਤ ਵਾਰ ਆ ਰਹੀ ਹੈ ਮੇਰੇ ਖਿਆਲ 'ਚ ਅਗਰ ਆਪਾਂ ਚੈੱਕ ਕਰੀਏ ਤਾਂ 12 ਸਭ ਤੋਂ ਵੱਧ ਵਾਰ ਆ ਰਹੀ ਹੈ ਨਾ ਆ ਰਹੀ ਹੈ ਨਾ ਤਾਂ ਸਭ ਤੋਂ ਵੱਧ ਵਾਰੀ ਬਹੁਤ ਵਾਰੀ ਕਿਹੜਾ ਅੰਕੜਾ ਆ ਰਿਹਾ 12 ਤਾਂ ਇਸ ਲਈ ਬੌਲਕ ਕੀ ਹੋ ਗਿਆ 12 ਤਾਂ ਦੋਸਤੋ ਇਹ ਸੀ ਆਪਣੇ ਕੋਲੇ ਮੱਧਮਾਨ ਅਤੇ ਬੌਲਕ ਜਿਸ ਤੇ ਆਪਾਂ ਗੱਲ ਕਰਨੀ ਸੀ। ਹੁਣ ਆਪਾਂ ਇਸ ਦੇ ਅਗਲੇ ਮਾਪ ਦੀ ਗੱਲ ਕਰਦੇ ਹਾਂ ਜੋ ਆਪਣੇ ਕੋਲੇ ਤੀਸਰਾ ਮਾਪ ਹੈ ਕੇਂਦਰ ਪ੍ਰਵਿਰਤੀ ਦਾ ਤੇ ਸਭ ਤੋਂ ਇੰਪੋਰਟੈਂਟ ਹੈ ਜਿਹੜਾ ਮੱਧਿਕਾ ਮੀਡੀਅਨ। ਮੱਧਿਕਾ ਕੀ ਹੁੰਦੀ ਹੈ ਸਭ ਤੋਂ ਪਹਿਲਾ ਕੁਐਸਚਨ ਨਾਮ ਦੱਸ ਰਿਹਾ ਮੱਧਿਕਾ ਮਿਡ ਮੀਡੀਅਨ ਮਿਡ ਮੱਧ ਜਾਂ ਮਿਡ MID ਪੂਰੇ MID ਲਿਖਿਆ ਮਿਡ ਦੀ ਗੱਲ ਕਰ ਰਿਹਾ ਬਿਲਕੁਲ ਵਿਚਕਾਰ ਬਿਲਕੁਲ ਸੈਂਟਰ ਦੇ ਵਿੱਚ ਮੱਧ ਹੁੰਦਾ ਹੈ ਤਾਂ ਫਿਰ ਇਹਦਾ ਮਤਲਬ ਕੀ ਹੋ ਗਿਆ ਵਿਚਕਾਰਲੀ ਮੱਧ ਵਾਲੀ ਕੀਮਤ ਜਾਂ ਅੰਕੜਾ ਉਹ ਹੁੰਦੇ ਆ ਮੱਧਿਕਾ। ਇਸ ਤੋਂ ਪਹਿਲਾਂ ਇੱਕ ਮੈਂ ਛੋਟੀ ਉਦਾਹਰਨ ਲੈ ਰਿਹਾ ਤੁਸੀਂ ਜਿਵੇਂ ਕਲਾਸ 'ਚ ਬਹਿੰਦੇ ਹੋ ਕਲਾਸ 'ਚ ਆਪਾਂ ਕੀ ਕਰਦੇ ਹਾਂ ਆਪਾਂ ਆਪਦੇ ਦੋਸਤ ਜਾਂ ਸਹੇਲੀਆਂ ਦੇ ਨਾਲ ਬਹਿੰਦੇ ਹਾਂ ਹੈ ਨਾ ਬਹਿੰਦੇ ਹਾਂ ਨਾ ਤੇ ਇੱਕ ਪਰਸਨ ਬਾਹਰੋਂ ਆ ਰਿਹਾ ਕੋਈ ਤੁਹਾਡੇ ਕਲਾਸ ਬਾਰੇ ਨਹੀਂ ਜਾਣਦਾ ਮੰਨ ਲਓ ਮੈਂ ਤੁਹਾਡੀ ਕਲਾਸ ਦੇ ਵਿੱਚ ਆ ਗਿਆ ਤੇ ਤੁਹਾਡੀ ਕਲਾਸ ਦੇ ਵਿੱਚ 35 ਵਿਦਿਆਰਥੀ ਨੇ ਟੋਟਲ 35 ਵਿਦਿਆਰਥੀ ਨੇ ਤੇ ਤੁਸੀਂ ਜਿਵੇਂ ਆਪਾਂ ਰੂਟੀਨ 'ਚ ਬਹਿੰਦੇ ਹਾਂ ਆਪਦੇ ਯਾਰਾਂ ਦੋਸਤਾਂ ਸਹੇਲੀਆਂ ਦੇ ਨਾਲ ਬਹਿੰਦੇ ਹਾਂ ਆਪਾਂ ਉੱਥੇ ਬੈਠੇ ਹਾਂ ਤਾਂ ਕੀ ਤੁਹਾਡੇ ਤੋਂ ਬਿਨਾਂ ਪੁੱਛੇ ਮੈਂ ਇਹ ਦੱਸ ਸਕਦਾ ਤੁਹਾਡੀ ਕਲਾਸ ਦਾ ਸਭ ਤੋਂ ਵਿਚਕਾਰਲਾ ਰੋਲ ਨੰਬਰ ਕਿਸ ਦਾ ਨਹੀਂ ਕਿਉਂ ਕਿਉਂਕਿ ਸਾਰੇ ਇਕੱਠੇ ਅਲੱਗ ਮਿਕਸ ਬੈਠੇ ਹੋ ਕੋਈ 8 ਰੋਲ ਨੰਬਰ ਦੇ ਨਾਲ ਕੋਈ 11 ਬੈਠਾ ਹੈ ਕੋਈ 9 ਦੇ ਨਾਲ 17 ਬੈਠਾ ਹੈ ਕੋਈ 22 ਦੇ ਨਾਲ 35 ਬੈਠਾ ਹੈ ਕੋਈ 4 ਦੇ ਨਾਲ 8 ਬੈਠਾ ਹੈ ਨਾ ਰੋਲ ਨੰਬਰ ਵਾਈਜ਼ ਤਾਂ ਬੈਠੇ ਨਹੀਂ ਆਪਾਂ ਨਾ ਆਪਾਂ ਤਾਂ ਉਹ ਬੈਠੇ ਹਾਂ ਪਰ ਜਦੋਂ ਤੁਹਾਡੇ ਪੇਪਰਾਂ ਦਾ ਟਾਈਮ ਹੋਊਗਾ ਜਦੋਂ ਤੁਸੀਂ ਪੇਪਰ ਦਿੰਦੇ ਹੋ ਜਾਂ ਕੋਈ ਵੀ ਟੈਸਟ ਦਿੰਦੇ ਹੋ ਉਦੋਂ ਤੁਸੀਂ ਕਿਵੇਂ ਬਹਿੰਦੇ ਹੋ ਰੋਲ ਨੰਬਰ ਵਾਈਜ਼ ਹੈ ਨਾ 1 2 3 4 5 6 7 8 9 10 ਤਾਂ ਉਦੋਂ ਅਗਰ ਮੈਂ ਆਵਾਂ ਤੇ ਮੈਂ ਇਹ ਦੱਸਾਂ ਕਿਹੜਾ ਵਿਚਕਾਰਲਾ ਤਾਂ ਦੱਸਣਾ ਸੌਖਾ ਹੋ ਜਾਊਗਾ ਨਾ ਬਿਲਕੁਲ ਮੈਂ ਕੀ ਕਰੂੰਗਾ ਗਿਣ ਕੇ ਦੱਸ ਦੂੰਗਾ ਵੀ ਆਹ ਬੱਚਾ ਦਾ ਰੋਲ ਨੰਬਰ ਕੀ ਹੈ ਵਿਚਕਾਰਲਾ ਰੋਲ ਨੰਬਰ ਹੈ ਤਾਂ ਉਹ ਹੁੰਦੀ ਹੈ ਮੱਧਿਕਾ। ਤਾਂ ਇਹਦੇ ਲਈ ਹੁਣ ਤੁਸੀਂ ਜਦੋਂ ਮੈਂ ਮੱਧਿਕਾ ਕੱਢੀ ਤਾਂ ਤੁਸੀਂ ਸਭ ਤੋਂ ਪਹਿਲਾਂ ਰੋਲ ਨੰਬਰ ਵਾਈਜ਼ ਬੈਠੇ ਤਾਂ ਇਹਦਾ ਮਤਲਬ ਦੋਸਤੋ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੇ ਅੰਕੜੇ ਹੈ ਨਾ ਉਹ ਘਟਦੇ ਜਾਂ ਵੱਧਦੇ ਕ੍ਰਮ 'ਚ ਹੋਣੇ ਚਾਹੀਦੇ ਹੈ। ਰੋਲ ਨੰਬਰ ਵਾਈਜ਼ ਜਿਹੜੀ ਮੈਂ ਉਦਾਹਰਨ ਲਈ ਹੈ ਤਾਂ ਆਹ ਹੋਣੇ ਚਾਹੀਦੇ ਹੈ ਉਦੋਂ ਬਾਅਦ ਆਪਾਂ ਮੱਧਿਕਾ ਕੱਢ ਸਕਦੇ ਹਾਂ ਹੱਲ ਕਰ ਸਕਦੇ ਹਾਂ। ਤਾਂ ਇਹ ਗੱਲ ਹੁਣ ਯਾਦ ਰੱਖਣੀ ਹੈ ਜਦੋਂ ਮੱਧਿਕਾ ਕੱਢਣੀ ਹੈ ਤਾਂ ਸਭ ਤੋਂ ਪਹਿਲਾ ਕੰਮ ਜਿਹੜੇ ਅੰਕੜੇ ਨੇ ਉਹ ਘਟਦੇ ਜਾਂ ਵੱਧਦੇ ਕ੍ਰਮ ਦੇ ਵਿੱਚ ਹੋਣੇ ਚਾਹੀਦੇ ਨੇ। ਉਦਾਹਰਨ
उदाहरण आंकड़ियां दी मध्यिका पता करो 6 9 5 12 8 7 4। मैं बिल्कुल छोटी जी क्वेश्चन लिया सब तो पहला की करना है घटदे या वाधे क्रम दे विच वाधे क्रम विच लिखो तो वाधे क्रम के लिए की करते सब तो पहला छोटी संख्या 4 5 6 8 सॉरी 7 8 9 12 तो हुण इहदे विच विचकारली रकम किहड़ी है आ रही सब तो विचकारली रकम आही है ना विचकारली रकम या अंकड़ा किन्नी होगी 7 तो इसका मतलब जिहड़ी मध्यिक है वो किन्नी आ गई 7 आ गई बिल्कुल विचकारली रकम। ठीक होर उदाहरण ले रहे हैं आप 10 9 5 4 13 12 18 11 20 आ गया। हुण आपां इस उदाहरण दी मध्यिका कड्ढनी है वाधे क्रम च तुसीं घटदे क्रम च करो आंसर क्योंकि चाहे वाधे च करिए चाहे घटदे च करिए विचाले तो यही रहनी है ना। देखो उल्टा देखो 12 9 8 7 6 5 4 विचकार किहड़ी रहनी है 7 ही रहनी है ना तो कोई फर्क नहीं पैंदा तुसीं चाहे वाधे क्रम च करो चाहे घटदे क्रम च करो। हुण इहनूं वाधे क्रम च करिए सब तो पहला आ गया 4 फिर 5 फिर 9 10 11 12 13 18 20 है ना तो टोटल कितनियां रकम हो गया 9 तो विचकारली रकम किहड़ी आऊगी देखो 11 आऊगी। किवें अगर उलझ जाओ मैं तरीका दसदा एक इधरों कट गई एक इधरों कट गई फॉर्मूला मैं बाद च गल करूंगा मैं पहले सीधा तरीका दस रहा एक इधरों कट गई 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 चौथी इधरों कट गई चौथी इधरों कट गई जिहड़ी विचाले बच गई वो तुहाडी किहड़ी रकम है मध्यिक है। तो फिर यदा मतलब अपने कोले जड़ी मध्यिका की आ गई इत्थे विचकारली रकम की आ गई वो कितनी आ गई दोस्तों 11 आ गई। ठीक है होर उदाहरण की गल करते हैं फॉर्मूले ते गल बाद च करूंगा मैं पहला सीधा तरीका दस रहा भी इहनूं फॉर्मूला किवें बनाया गया था। उदाहरण हेठां लिखे आंकड़ियां दी मध्यिका पता करो 12 9 15 18 13 14 20 7 21 16 मैं कुछ संख्यावां लिखी है। सब तो पहला वाधे क्रम ये गल परमानेंट पल्ले बन लो वाधे क्रम विच लिखो लिखो सब तो छोटी आ गई 7 9 फिर आ गया अपने को 12 13 14 15 16 18 20 21 हुण विचकारली रकम देखो केड़ी है सोच के देखो विचकारली रकम केड़ी आ रही है नहीं समझ आ रहा जिवें मैं दस्सिया सी इधरों पहली दूजी दूजी तीजी तीजी चौथी चौथी आ दो बच गई उत्थे एक बची सी ना तो इत्थे हुण की है विचकारलियां अपने कोले दो रकमां बच गई 14 ते 15 तो फिर मध्यिका की है अगे इन्हां दे विचाले आऊगी फिर इत्थे जे की होगी 14 प्लस 15 वटे 2 इन्हां दे विचकार कढना मध्य बिंदु कढना है असल च भी आपां मध्यमान कढना है। देखो दो संख्यावां दे विचकारली रकम दोहां दा मध्यमान दोहां दा जोड़ वटे गिनती 29 वटा 2 2 एकम 2 घटा किता 0 9 4 दूनी 8 1 दशमलव हटाया आप दशमलव की गल कर सकते हैं लाया तो कितना आ गया 14.5 तो यदा मतलब जिहड़ी अपनी मध्यिका आ गई वो कितनी आ गई 14.5। हुण आपां इहदे फॉर्मूले की गल करते हैं देखो की फर्क है मैं सीधा तरीका तुहानूं दसदा तुसीं सीधा मध्यिका किवें कढ सकते हो। तो इत्थे एक फॉर्मूला है की फॉर्मूला है अगर आंकड़ियां दी गिनती
ਜਿਹਨੂੰ ਮੈਂ ਮੰਨ ਰਿਹਾ n ਟਾਂਕ ਹੈ ਤਾਂ ਮੱਧਿਕਾ ਹੁੰਦੀ ਹੈ n plus 1 ਵਟੇ ਦੋਮੀ ਰਕਮ। ਜਿਵੇਂ ਪਹਿਲੀ ਉਦਾਹਰਨ ਲਈ ਸੀ ਮੈਂ, ਪਹਿਲੀ ਉਦਾਹਰਨ 'ਚ ਮੈਂ ਕਿੰਨੇ ਅੰਕੜੇ ਲਏ ਸੀ? 7 ਲਏ ਸੀ। ਗਿਣ ਕੇ ਦੇਖੋ 7 plus 1 ਵਟਾ 2 8 ਵਟਾ 2। ਤਾਂ ਚੌਥੀ ਜਿਹੜੀ ਰਕਮ ਹੈ, ਚੌਥੀ ਰਕਮ ਸੀ ਮੱਧਿਕਾ ਸੀ, ਪਰ ਆਪਾਂ ਸਿੱਧਾ ਹੱਲ ਕਰ ਲਿਆ ਸੀ। ਤਾਂ ਤੁਹਾਡੇ ਤੇ ਹੈ, ਤੁਹਾਨੂੰ ਲੱਗਦਾ ਤੁਸੀਂ ਇਹ ਫਾਰਮੂਲਾ ਵਰਤਣਾ ਹੈ, ਤੁਸੀਂ ਫਾਰਮੂਲਾ ਵਰਤ ਕੇ ਕਰੋ। ਤੁਹਾਨੂੰ ਸਿੱਧੀ ਹੱਲ ਕਰਨੀ ਹੈ, ਸਿੱਧੀ ਹੱਲ ਕਰੋ। ਅਗਰ ਅੰਕੜਿਆਂ ਦੀ ਗਿਣਤੀ ਜਿਸਤ ਹੈ ਤਾਂ ਜਿਹੜੀ n ਹੈ ਜਿਸਤ ਹੈ, ਤਾਂ ਮੱਧਿਕਾ n ਵਟੇ ਦੋਮੀ ਰਕਮ ਪਲਸ n ਵਟੇ 2 ਪਲਸ 1, ਤਾਂ ਇੱਕੋ ਹੀ ਫਾਰਮੂਲਾ ਹੈ। ਉਦਾਹਰਨ ਪਿਛਲੀ ਜਿਹੜੀ ਉਦਾਹਰਨ ਲਈ ਸੀ ਉਹ 'ਚ 10 ਰਕਮਾਂ ਲਈਆਂ ਸੀ ਮੈਂ, 10 ਲਈਆਂ ਸੀ ਤੇ 14 15ਵਾਂ ਕਿਹੜੀ ਸੀ ਇਹ? ਪੰਜਵੀਂ ਤੇ 6ਵੀਂ ਸੀ, ਯਾਦ ਕਰੋ, ਹੈ ਨਾ। ਤਾਂ 10 ਵਟਾ 2 ਦੇਖੋ n 10 ਆ ਗਿਆ ਨਾ, 10 ਵਟੇ ਦੋਮੀ ਰਕਮ ਪਲਸ ਉਰੇ ਪਲਸ 1 ਧਿਆਨ ਰੱਖਣਾ ਅੱਡ ਹੈ, ਦੇਖੋ ਉਰੇ ਉੱਪਰ ਸੀ, ਇਹ ਅੱਡ ਹੈ, ਰਕਮ ਵਟੇ 2। 10 ਵਟੇ 2 ਪੰਜਵੀਂ ਰਕਮ, 5 'ਚ 1 ਜੋੜਿਆ 6ਵੀਂ ਰਕਮ ਵਟੇ 2। ਤੇ ਆਪਣੇ ਕੋਲ ਇਹੀ ਆਇਆ ਸੀ ਨਾ, ਦੇਖੋ 14 ਤੇ 15। ਲੇਕਿਨ ਉਹ ਇੱਕ ਤਰੀਕਾ ਹੈ, ਤੁਸੀਂ ਉਹਨੂੰ ਹੱਲ ਕਰ ਸਕਦੇ ਹੋ। ਅੱਗੋਂ ਇੱਕ ਸੰਖਿਆ ਕੱਟੀ, ਪਿੱਛੋਂ ਇੱਕ ਕੱਟੀ, ਅੱਗੋਂ ਇੱਕ ਕੱਟੀ, ਪਿੱਛੋਂ ਇੱਕ ਕੱਟੀ, ਇੱਕ ਹੀ ਕੱਟੀ ਜਾਵਾਂਗੇ। ਜੇ ਤਾਂ ਵਿਚਾਲੇ ਇੱਕ ਬਚ ਗਈ ਤਾਂ ਉਹ ਮੱਧਿਕ ਹੈ, ਅਗਰ ਵਿਚਾਲੇ 2 ਬਚ ਗਈਆਂ ਤਾਂ ਦੋਹਾਂ ਦਾ ਜੋੜ ਕਰਕੇ ਆਪਾਂ ਕੀ ਕਰ ਦਾਂਗੇ? 2 ਦੇ ਨਾਲ ਵੰਡ ਕਰ ਦਾਂਗੇ। ਹੁਣ ਮੈਂ ਇੱਕ ਉਦਾਹਰਨ ਲੈ ਰਿਹਾ ਜਿਹਦੇ ਵਿੱਚ ਮੈਂ ਤਿੰਨੋਂ ਮਾਪ ਇਕੱਠੇ ਕਰ ਰਿਹਾ। ਹੇਠਾਂ ਲਿਖੇ ਅੰਕੜਿਆਂ ਦਾ ਮੱਧਮਾਨ, ਮੱਧਿਕਾ ਅਤੇ ਬੌਲਕ ਪਤਾ ਕਰੋ। ਆਪਾਂ ਇੱਕ ਉਦਾਹਰਨ ਲੈ ਰਹੇ ਹਾਂ ਜਿਸ ਤੇ ਤਿੰਨੋਂ ਇਕੱਠੇ ਕਰਾਂਗੇ। ਅੰਕੜੇ ਹੈ ਆਪਣੇ ਕੋਲੇ 13 16 12 14 19 12 14 13 14। ਇੱਕ ਛੋਟਾ ਜਿਹਾ ਕੁਐਸਚਨ ਹੈ, ਹੱਲ ਦੇਖੋ। ਮੱਧਮਾਨ ਤੇ ਘਟਦੇ ਵੱਧਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਪਾਂ ਜੋੜ ਕਰਨਾ ਹੈ। ਬੌਲਕ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਪਾਂ ਨੂੰ ਉਹ ਰਕਮ ਚਾਹੀਦੀ ਜਿਹੜੀ ਸਭ ਤੋਂ ਵੱਧ ਵਾਰ ਆ ਰਹੀ। ਮੱਧਿਕਾ ਤੇ ਫਰਕ ਪੈਂਦਾ ਹੈ ਨਾ। ਤਾਂ ਤੁਸੀਂ ਇਹ ਗੱਲ ਸਿੱਧੇ ਇੱਕ ਗੱਲ ਯਾਦ ਰੱਖੋ ਵੀ ਸ਼ੁਰੂ ਤੋਂ ਵਿੱਚ ਹੀ, ਕਿਉਂਕਿ ਜਦੋਂ ਮੱਧਿਕਾ ਕੱਢੋਗੇ ਤੁਹਾਨੂੰ ਪਹਿਲਾਂ ਵਾਧੇ ਕ੍ਰਮ 'ਚ ਕਰਨਾ ਪਊਗਾ। ਤਾਂ ਤੁਸੀਂ ਸਭ ਤੋਂ ਪਹਿਲਾ ਕੰਮ ਜਦੋਂ ਇਕੱਠੇ ਕੱਢ ਰਹੇ ਇਹੀ ਗੱਲ ਯਾਦ ਰੱਖੋ ਕਿ ਅੰਕੜਿਆਂ ਨੂੰ ਵਾਧੇ ਕ੍ਰਮ 'ਚ ਲਿਖੋ ਤਾਂ ਕਿ ਗਲਤੀ ਦੀ ਗੁੰਜਾਇਸ਼ ਹੀ ਨਾ ਹੋਵੇ ਤੇ ਮੱਧਿਕਾ ਦੇ ਟਾਈਮ ਆਪਾਂ ਭੁੱਲ ਹੀ ਨਾ ਜਾਈਏ। ਤਾਂ ਸਭ ਤੋਂ ਪਹਿਲਾ ਕੰਮ ਕੀ ਕਰਨਾ ਹੈ? ਵਾਧੇ ਕ੍ਰਮ 'ਚ ਕਰੋ। 12 ਆ ਗਿਆ 2 ਵਾਰ, ਹੈ ਨਾ, ਦੇਖੋ 13 ਆ ਗਿਆ 2 ਵਾਰ, 14 ਆ ਗਿਆ 3 ਵਾਰ, ਆ ਗਿਆ 16, ਆ ਗਿਆ 19। ਹੁਣ ਸਭ ਤੋਂ ਪਹਿਲਾਂ ਕੀ ਕਿਹਾ ਉਹਨਾਂ ਨੇ? ਮੱਧਮਾਨ। ਮੱਧਮਾਨ ਅੰਕੜਿਆਂ ਦਾ ਜੋੜ ਵਟੇ ਗਿਣਤੀ। ਜੋੜੋ 12 plus 12 13 plus 13 14 plus 14 plus 14 plus 16 plus 19 ਵਟੇ ਕਿੰਨੇ ਅੰਕੜੇ ਆ? 1 2 3 4 5 6 7 8 9। 1 2 3 4 5 6 7 8 9। ਜੋੜ ਕਰਦੇ ਹਾਂ। 2 ਤੇ 2 4, 4 ਤੇ 3 7, 7 ਤੇ 3 10, 10 ਤੇ 4 14, 14 ਤੇ 4 18, 18 ਤੇ 4 22, 22 ਤੇ 6 28, 28 ਤੇ 9 37, 3 4 5 6 7 8 9 10 11 12 127 ਵਟਾ 9। ਹੁਣ ਇਹਨੂੰ ਵੰਡ ਕਰਨਾ ਹੈ, ਵੰਡ ਕਰੋ। ਇੱਥੇ ਛੱਡਣਾ, ਇੱਥੇ ਛੱਡੋ, ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਤੁਸੀਂ ਕਰ ਸਕਦੇ ਹੋ। ਮੈਂ ਦੋਨੇ ਕਰ ਦਿੰਦਾ। 9 ਏਕਮ 9 3 7 9 ਚੌਕਾ 36। ਤਾਂ ਆਪਣੇ ਕੋਲ ਇਹ ਬਚ ਗਿਆ। ਤਾਂ ਇਹ ਆ ਗਿਆ 14 ਸਹੀ 1 ਵਟਾ 9। ਜਾਂ ਪੁਆਇੰਟਾਂ 'ਚ ਕਰਨਾ ਹੈ, ਪੁਆਇੰਟਾਂ 'ਚ ਕਰ ਦਿਓ। ਇਹ ਤੁਹਾਡੇ ਤੇ ਹੈ ਦੋਸਤੋ, ਤੁਸੀਂ ਇਹਨੂੰ ਕਿਵੇਂ ਹੱਲ ਕਰਨਾ ਚਾਹੁੰਦੇ ਹੋ। ਨੈਕਸਟ ਆਪਾਂ ਗੱਲ ਕਰਦੇ ਹਾਂ ਮੱਧਿਕਾ ਦੀ, ਹੈ ਨਾ। ਮੱਧਿਕਾ ਵਾਧੇ ਕ੍ਰਮ 'ਚ ਹੋ ਚੁੱਕਿਆ ਹੈ। ਕੀ ਸੀ ਮੱਧਿਕਾ? ਵਿਚਕਾਰਲੀ ਰਕਮ। ਚੈੱਕ ਕਰਦੇ ਹਾਂ।
पहली इत्थों गई, पहली पिछों गई, दूजी अगों गई, दूजी पिछों गई, तीजी अगों गई, तीजी पिछों गई, चौथी अगों गई, चौथी पिछों गई, आ बच गया। तो यदा मतलब विचकारली रकम केड़ी होगी अपने कोले 14। तो मध्यिका की आ गया 14। अगे बौलक, बौलक की सी सब तो वध वारी, बहुत वारी आवे। केड़ा आंकड़ा बहुत वारी आ रहा है 14। तो यदा मतलब बौलक की हो गया 14। यह इन्हों का आपस कोई संबंध नहीं है कि बौलक 14 आ गया तो मध्यिका 14 हो, या मध्यिका 14 आ गया बौलक 14 हो। ये ठीक है, क्वेश्चन के हिसाब से हो गए दोस्तों, पर यह अलग अलग भी हो सकते हैं। वो विचकारली रकम है, ये वो रकम है जी सब तो वध वार आती है। आप एक और उदाहरण लैके करते हैं, सेम क्वेश्चन लै रहे हैं, तीनों माप इकट्ठे, ताकि थोड़ा जा प्रैक्टिस हो जाए तुसीं किवें करने है ना। सेम क्वेश्चन, हेठां लिखे आंकड़ियां का मध्यमान, मध्यिका अते बौलक पता करो। 21, 18, 19, 21, 24, 18, 20, 18, 15, 18, 17। मैं उरे कुछ आंकड़े लिखे है जिन्हों का आप मध्यमान, मध्यिका अते बौलक पता करना है। हल की गल की सी पिछले मध्यमान नूं वाधे करना कोई फर्क नहीं पैंदा, बौलक नूं फर्क नहीं पैंदा, लेकिन मध्यिका नूं तां पऊगा ना। असली मध्यिका तां निकलूगी वाधे क्रम दे विच। तां सब तो पहला की करांगे, आंकड़ियां नूं वाधे क्रम च या घटदे क्रम च लिखांगे। तो सब तो छोटी आ गई देखो 15 है ना। उस तो बाद आ गया अपने को 18, 1 2 3 4, 17 भी पे 18 आ गया 4 बार। हुण आ गया उस तो बाद दोस्तों 19 एक बार आ गया 20, 21 आ गया 2 बार, 24 आ गया। गलती तो बचन लिए पता की करा करो, गिनला करो 1 2 3 4 5 6 7 8 9 10 11, 1 2 3 4 5 6 7 8 9 10 11। तो चेक हो गया अपना ऑलमोस्ट कि सही चल रहा है। हुण आप सब तो पहला कढ़ना है मध्यमान। मध्यमान की सी आंकड़ियां दा जोड़ वटे गिनती। जोड़ते हैं 15 प्लस 17 प्लस 18, 18, 18, 18, 19, 20, 21, 21, 24। तो संख्यावां कितनियां सी 2 4 6 8 10 11 है ना। जोड़ 5 ते 7 12, 12 ते 8 20, 20 ते 8 28, 28 ते 8 36, 36 ते 8 44, 44 ते 9 53, 0 1 54, 1 55, 4 59, 9 हसल 5, 6 7 8 9 10 11 12 ते 2 14 ते 2 16 ते 2 18 ते 2 20, 209 वटे 11। हुण की करांगे, इनू वंडदे हैं। 11 एकम 11, 9 99, ये कट गया ठीक। कितना आ गया मध्यमान 19। तो नहीं कटता सी, आपां की गल कीती सी, आपां उहनूं वटियां च कर दिंदे है ना। अगला माप आ गया मध्यिका। मध्यिका की सी विचकारली रकम, विचकारला आंकड़ा। किवें चेक करते सी, फॉर्मूला या सीधा। पहली पहली, इधरों दूजी, पिछों दूजी, तीसरी तीसरी, चौथी चौथी, पंजवीं पंजवीं, आ बच गया। तो यदा मतलब मध्यिका कितनी आ गई अपने कोले 18। ते बौलक की सी बहुत वारी, सब तो वध वारी आवे। मैं नाम के हिसाब नाल लिख रहा, तो किहड़ी सब तो वध बार आ रही है 18 आ रही है। तो बौलक भी की आ गया अपने कोले 18 आ गया दोस्तों। तो यह सी केंद्र प्रवृत्ति दे माप मध्यमान, मध्यिका अते बौलक। ते तिन्नां दा आपस दे विच देखो अलग अलग मतलब है। मध्यमान किसी जगह पर वरत्या जाता है, बौलक किसी जगह पर वरत्या जाता है, मध्यिका किसी जगह पर वरत्या जाता है। तो तिन्नां नूं इकट्ठे किवें हल करना है, की फॉर्मूला है, उन्हां बारे आपां गल कर चुके हैं। थैंक यू।